ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਗਨ ਕੇ ਨਾਸਕ, ਬਿਗਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਇਕ ਓੰਕਾਰਾ ਸਤਿਗੁਰੂ, ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਗਨ ਬਿਨਾਸਨ ਸੋਏ। ਇਕ ਓੰਕਾਰਾ ਸਤਿਗੁਰੂ,
ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਸਾਹਿਬ ਜੀ ਦੋਹਰਾ। ਸਭ ਸੰਗਤ ਕੋ ਸਤਿਗੁਰੂ ਅਰਥ ਦਿਓ ਸਮਝਾਏ। ਨਿਸਬਾਸਰ ਸਿਮਰੋ ਇਸੇ ਉਤਮ ਪਦ ਲਿਹੁ ਪਾਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਅਗਲੇ ਪ੍ਰਕਰਨਾਂ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਅੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸਭ ਸੰਗਤ ਕੋ ਸਤਿਗੁਰੂ ਅਰਥ ਦਿਓ ਸਮਝਾਏ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ, ਪਰ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਦੀ ਬੇਨਤੀ ਕਰਨ ਤੇ ਅੰਦਰ ਦੀ ਪੁਕਾਰ ਸੁਣ ਕੇ ਸਤਿਗੁਰੂ ਜੀ 2 ਘੜੀਆਂ ਦੇ ਵਾਸਤੇ ਵਾਪਸ ਸਰੀਰ ਵਿੱਚ ਆਏ ਨੇ। ਜਿੱਥੇ ਸ਼੍ਰੀ ਚੰਦ ਲਖਮੀ ਦਾਸ ਨੂੰ ਉਪਦੇਸ਼ ਦਿੱਤਾ, ਉੱਥੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੇ ਅਰਦਾਸ ਬੇਨਤੀ ਕੀਤੀ, ਸਤਿਗੁਰੂ ਜੀ ਇਹ ਸਾਰੇ ਸਿੱਖ ਚਾਹੁੰਦੇ ਨੇ, ਸਾਰੀਆਂ ਸੰਗਤਾਂ ਦੇ ਅੰਦਰ ਦੀ ਭਾਵਨਾ ਹੈ ਕਿ ਆਪ ਜੀ ਨੇ ਜੋ ਸਤਿਨਾਮ ਵਾਹਿਗੁਰੂ ਦਾ ਉਪਦੇਸ਼ ਦਿੱਤਾ ਹੈ, ਸਭ ਨੂੰ ਹੁਕਮ ਕੀਤਾ ਵੀ ਜਪਿਆ ਕਰੋ, ਦਿਨ ਰਾਤ ਜਪਿਆ ਕਰੋ। ਇਹ ਵਾਹਿਗੁਰੂ ਦੇ ਅਰਥ ਕੀ ਨੇ? ਔਰ ਸਤਿਗੁਰੂ ਜੀ ਨੇ ਵਾਹਿਗੁਰੂ ਦੇ ਅਰਥ ਸਮਝਾਏ। ਹੁਣ ਇਸ ਤੋਂ ਅੱਗੇ ਕਵਿਰਾਜ ਲਿਖ ਰਹੇ ਨੇ, ਸਭ ਸੰਗਤ ਕੋ ਸਤਿਗੁਰੂ ਅਰਥ ਦਿਓ ਸਮਝਾਏ। ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਦੇ ਅਰਥ ਸਮਝਾਏ ਨੇ ਕਿ ਵਾਹ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਅਚਰਜ ਹੋਵੇ, ਬਿਸਮਾਦ ਹੋਵੇ, ਜਿਹਨੂੰ ਵੇਖ ਕੇ ਆਵਾਜ਼ ਨਿਕਲੇ ਵਾਹ। ਗੋ ਹਨੇਰੇ ਨੂੰ ਕਹਿੰਦੇ ਨੇ ਅਗਿਆਨਤਾ ਦਾ ਹਨੇਰਾ, ਤੇ ਰੂਹ ਕਹਿੰਦੇ ਨੇ ਚਾਨਣ। ਔਰ ਇਹ ਚਾਨਣ ਮੇਰੇ ਗੁਰੂ ਤੋਂ ਬਿਨਾਂ ਹੋਰ ਕਿਸੇ ਕੋਲ ਨਹੀਂ ਜਿਹੜਾ ਅੰਦਰ ਦਾ ਚਾਨਣ ਕਰ ਸਕੇ, ਜਿਹਨੂੰ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਦੇ ਵਿੱਚ ਕਹੇ ਨੇ, ਸਮਝਾਇਆ ਵੀ ਹੈ ਕਿ ਬਾਹਰ ਦੇ ਚਾਨਣ ਕਰਨ ਵਾਸਤੇ ਹਜ਼ਾਰਾਂ ਹੀ ਸੂਰਜ, ਹਜ਼ਾਰਾਂ ਹੀ ਚੰਦਰਮਾ ਚੜ੍ਹ ਜਾਣ, ਬਾਹਰ ਜਿੰਨਾ ਮਰਜ਼ੀ ਚਾਨਣ ਹੋਵੇ, ਪਰ ਜਦੋਂ ਤੱਕ ਅੰਦਰ ਗੁਰੂ, ਉਹ ਰੂਹ ਅੰਦਰ ਦਾ ਪ੍ਰਕਾਸ਼, ਅੰਦਰ ਦਾ ਚਾਨਣ ਨਾ ਹੋਵੇ ਤੇ ਬਾਹਰ ਦੇ ਚਾਨਣ ਕਿਸੇ ਕੰਮ ਦੇ ਵੀ ਨਹੀਂ। ਔਰ ਬਾਹਰ ਦੇ ਚਾਨਣ ਹੁੰਦਿਆਂ ਸੁਣਦਿਆਂ ਅੰਦਰ ਫਿਰ ਅਗਿਆਨਤਾ ਦਾ ਹਨੇਰਾ ਹੈ। ਇਹ ਸਤਿਗੁਰੂ ਦੇ ਪਾਵਨ ਬਚਨ ਆਪਾਂ ਰੋਜ਼ ਪੜ੍ਹਦੇ ਹਾਂ, ਜੇ 100 ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਉਹ ਜਿਹੜਾ ਅੰਦਰ ਗੁਰੂ ਤੋਂ ਬਿਨਾਂ ਘੋਰ ਅੰਧਾਰ ਸੀ ਨਾ, ਗੁਰੂ ਸਾਹਿਬ ਜੀ ਨੇ ਅਰਥ ਸਮਝਾਏ। ਵਾਹਿਗੁਰੂ ਦਾ ਅਰਥ ਇਹ ਹੈ ਕਿ ਉਹ ਆਪ ਪ੍ਰਕਾਸ਼ ਹੈ ਤੇ ਅੰਦਰ ਦੇ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰਦਾ ਹੈ।
निस बासर सिमरो इसे उत्तम पद देहो पाए। धन गुरु नानक देव सच्चे पातशाह कहते ने सिखो निस बासर दिन रात इनू सिमरो। तो किनू सिमरो जेडे अर्थ सुने सतनाम वाहिगुरु उत्तम पदवी मिलेगी। बनायो अष्टक अर्थ को वाहिगुरु सतनाम। कवि संतोख सिंह जी लिखते हैं कि धन गुरु नानक देव सच्चे पातशाह जी ने ये जड़ा वाहिगुरु सतनाम 8 अखरां तो बनया है। 8 अखरां दे 8 बंदां दे विच गुरु साहिब जी ने फिर ये बना के समझाया। नित प्रत पढ़े जो प्रेम कर ठाने गुरु प्रणाम। कि इन्हां 8 अखरां सतनाम वाहिगुरु इन्हां 8 अखरां नूं जिहड़ा प्रेम दे नाल पढ़ेगा। बस गुरु नूं सिमरना सतनाम वाहिगुरु कहना इहदा मतलब है तुहाडी नमस्कार हो रही है। सतनाम वाहिगुरु मन जोड़ के पढ़ोगे इहदा मतलब तुसीं गुरु के चरणों में नमस्कार कर रहे हो। सुत बित आदिक कामना सतगुरु ते सब पाए। फिर धन गुरु नानक देव सच्चे पातशाह कहते हैं भाई सिखो सतनाम वाहिगुरु दे विच इन्नी बरकत है। भावें अज अपने आप को सिख विखाउण वाले तुरे ते फिरदे ने बाबियां दे डेरे ते देहधारियां दे पिछे पिछे, पर गुरु साहिब ते बख्शिश करके गए। भाई सतनाम वाहिगुरु का सिमरन करो। सुत बित आदिक कामना। जे पुत्र दे भी मंग होवे ना पुत्र दे भी कामना रख के सतनाम वाहिगुरु जपोगे धी पुत्र भी मिलेगा। बित दा अर्थ है धन पदार्थ। धन पदार्थ की कामना रख के जपोगे धन पदार्थ आदिक भी मिलेगा। सुत बित आदिक कामना जिन्नियां भी कामनावां ने सतगुर ते सब पाए। सतनाम वाहिगुरु जप के अपने गुरु तो वो सब कुछ प्राप्त कर लेंदा है। और धन गुरु अर्जन देव सच्चे पातशाह जी ने पावन बचन सुखमनी साहिब दे विच भी कहे ने कि देखो छोटिया छोटिया मंगां ने ये मेरे गुरु के वास्ते कोई वड्डी चीज़ नहीं देनी है। जे कोई तो आके 4 पदार्थ भी मंगे धन गुरु अर्जन देव जी कहते हैं इस घर विचों तो भी मिलते हैं। वो सतगुरु का पावन पदा तकरीबन आप सब को चेते है कि 4 पदार्थ जे को मंगे साध जना के सेवा लागे जे को अपना दुख मिटावे। हर हर नाम हृदय शब्द गावे जे को अपनी देह रोगता वास्ते दुख दूर करने वास्ते भी अरदास करे इतों वो भी मिलेगा। जे को अपनी शोभा दूर है इतों जे को ये मंग लैके आवे ना मेरी 4 जनों के विच शोभा वडियाई इज्जत मान हुए तो धन गुरु अर्जन देव जी कहते हैं ये किहड़ी मेरे गुरु वास्ते कोई वड्डी गल थोड़ी है। बस अपने अंदर दी हुम्मे छड्ड दे तो देख तेरी वडियाई 4 जणिਆਂ की पूरे संसार में होएगी। जे को अपनी शोभा लोर है साध संगे हुम्मे शोर है जे को जन्म मरण ते डर है। हुण गुरु साहिब जी तो कहते हैं इत्थे जन्म मरण भी जे कोई डर है ना ये भी कट्टिया जाएगा। पर साध जना की शरणी पर है गुरु के शरण में आते सही मन करके आ। और खेत गुरु साहब उत्थे पावन बचन गए तो छोटिया छोटिया चीज़ां मेरे गुरु के घर दे विचों आके 4 पदार्थ भी मंगेगा वो भी मिलणगे। शोभा वडियाई भी मिलेगी दुख भी तन का दूर हो जाएगा जन्म मरण भी मिट जाएगा। पर जे को हुण आके मंग ये रखे कि ना जन्म मरण का डर है ना इज्जत की कोई लोड़ है ना अपमान का कोई डर है ना मैनू शोभा चाहिए है ना मैनू देह की अरोगता चाहिए है। इत्थे ते अरदास बेनती है जे सुख देहन तां तुझे अराधी दुख पे तुझे ध्याई दुख मिल जे सुख मिल जे की परवाह नहीं। 4 पदार्थ भी नहीं चाहिए। जे कोई ये आके मंग लवे ना सतगुरु जी मैनू बस सतनाम चाहिए है तो धन गुरु अर्जन देव जी कहते हैं, ऐसी मंग रखने वाले गुरसिख के चरणों च मेरी नमस्कार है।
कि जिस जन को प्रभ दर्श प्यासा नानक ताकै बल बल जसा। ਹੁਣ ਸਤਿਗੁਰੂ ਜੀ ਕਹਿੰਦੇ ਨੇ ਸਤਿਨਾਮ ਵਾਹਿਗੁਰੂ ਦੇ ਵਿੱਚ ਇੰਨੀ ਰਹਿਮਤ ਹੈ, ਪੁੱਤਰ ਵੀ ਮਿਲੇਗਾ, ਧਨ ਪਦਾਰਥ ਵੀ ਮਿਲੇਗਾ, ਕਿਸੇ ਵੀ ਤਰ੍ਹਾਂ ਦੀ ਕਾਮਨਾ ਰੱਖ ਕੇ ਜਪੋਗੇ ਉਹ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਔਰ ਅੱਜ ਦਾ ਸਵੇਰ ਦਾ ਹੁਕਮਨਾਮਾ ਵੀ ਸੀ ਕਿ ਮੇਰਾ ਗੁਰੂ ਤਾਂ ਹੈ ਹੀ ਸਮਰੱਥ, ਇੱਛਾ ਪੂਰਕ, ਸਰਬ ਸੁਖ ਦਾਤਾ ਹਰ। ਸਾਰੇ ਸੁੱਖ ਨਹੀਂ, ਇੱਕ ਤਾਂ ਕਹਿੰਦੇ ਨੇ ਨਾ ਬਹੁਤ ਸੁੱਖ ਨੇ, ਬਹੁਤ ਨਹੀਂ, ਇੱਥੇ ਸਾਰੇ ਸੁੱਖਾਂ ਦਾ ਦਾਤਾ ਹੈ। ਔਰ ਸਾਰੇ ਸੁੱਖ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਪ੍ਰਤ ਦਿਨ ਦੋਨੋਂ ਲੋਕ ਮੈਂ ਹੋਵੇਂ ਗੁਰੂ ਸਹਾਏ, ਤੇ ਕੇਵਲ ਮਨੋਕਾਮਨਾ ਹੀ ਨਹੀਂ, ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰੋਗੇ ਤੇ ਹਰ ਸਮੇਂ ਮੇਰਾ ਗੁਰੂ ਤੁਹਾਡੇ ਅੰਗ ਸੰਗ ਹੋਵੇਗਾ। ਕੇਵਲ ਇੱਥੇ ਨਹੀਂ, ਦੋਨੋਂ ਲੋਕ ਮੈਂ ਹੋਵੇ ਗੁਰੂ ਸਹਾਏ, ਗੁਰੂ ਦੋਵਾਂ ਲੋਕਾਂ ਦੇ ਵਿੱਚ ਤੁਹਾਡਾ ਮਦਦਗਾਰ ਹੋਵੇਗਾ, ਸਹਾਇਕ ਹੋਵੇਗਾ। ਚਉਪਈ ਅਤਕ ਪ੍ਰਸੰਨ ਭਏ ਤਬ ਸੰਗਤ, ਮੁਖ ਬਿਕਸੇ ਜਨ ਪੰਕਜ ਪੰਗਤ। ਜਦੋਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਦੇ ਅੱਖਰੀ ਅਰਥ ਸਮਝਾਏ, ਸਤਿਨਾਮ ਵਾਹਿਗੁਰੂ ਦੇ ਭਾਵ ਅਰਥ ਸਮਝਾਏ, ਸਾਰੇ ਸੰਗਤ ਜਿਨ੍ਹਾਂ ਨੇ ਸੁਣਿਆ ਬੜੇ ਪ੍ਰਸੰਨ ਹੋ ਗਏ। ਔਰ ਜਿੰਨੀ ਸੰਗਤ ਸੀ ਉਹ ਸਾਰਿਆਂ ਦੇ ਹਿਰਦੇ ਇਵੇਂ ਖਿੜ ਪਏ ਜਿਵੇਂ ਕਮਲ ਫੁੱਲ ਦੇ ਪੱਤੇ ਖਿੜਦੇ ਨੇ। ਤਬ ਪ੍ਰਤ ਦਿਨ ਤਬ ਹੈਵ ਖਰੋ ਬ੍ਰਿਧ ਤਤਕਾਲਾ, ਸੋ ਜਸ ਗੁਰੂ ਕੋ ਕਹਿਤ ਰਸਾਲਾ। ਜਿੱਥੇ ਸਿੱਖ ਸੰਗਤਾਂ ਕੌਲ ਦੇ ਫੁੱਲਾਂ ਦੀ ਤਰ੍ਹਾਂ ਅੰਦਰ ਖਿੜ ਗਏ, ਉੱਥੇ ਭਾਈ ਬੁੱਢਾ ਸਾਹਿਬ ਜੀ ਜਿਹੜੇ ਹੱਥ ਜੋੜ ਕੇ ਸਾਹਮਣੇ ਬੈਠੇ ਸਨ, ਉਹ ਉੱਠ ਕੇ ਖਲੋ ਗਏ। ਦੋਵੇਂ ਹੱਥ ਜੋੜੇ ਨੇ ਸਤਿਗੁਰੂ ਦੇ ਸਾਹਮਣੇ ਖਲੋ ਕੇ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਪਤਾ ਸੀ ਗੁਰੂ ਸਾਹਿਬ ਜੀ 2 ਘੜੀਆਂ ਵਾਸਤੇ ਆਏ ਨੇ, ਤੇ ਇੱਕ ਪਲ ਵੀ ਜਿਹੜਾ ਹੈ ਉਹ ਕਿਤੇ ਐਵੇਂ ਨਾ ਚਲਾ ਜਾਏ। ਗੁਰੂ ਸਾਹਿਬ ਤੋਂ ਜਿੰਨਾ ਉਪਦੇਸ਼ ਲੈ ਸਕਣ ਲਈਏ, ਸਿੱਖਾਂ ਦਾ ਭਲਾ ਹੋਵੇ, ਸੰਗਤ ਦਾ ਭਲਾ ਹੋਵੇ। ਹੁਣ ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਸਾਹਮਣੇ ਖਲੋਤੇ ਨੇ। ਸੋ ਜਸ ਗੁਰੂ ਕੋ ਕਹਿਤ ਰਸਾਲਾ, ਤੇ ਆਪਣੀ ਰਸ ਭਰੀ ਇਸ ਰਸਨਾ ਤੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸਿਫਤ ਵਡਿਆਈ ਕਰਨ ਲੱਗੇ ਕਿ ਜਿਹੜੇ ਆਪ ਰਸਾਂ ਦੇ ਘਰ ਨੇ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਕੀ ਸਮਝਦੇ ਨੇ, ਇਹ ਬਾਬਾ ਬੁੱਢਾ ਸਾਹਿਬ ਜੀ ਇੱਥੇ ਬਿਆਨ ਕਰ ਰਹੇ ਨੇ। ਨਮੋ ਸੱਚ ਦਾ ਆਨੰਦ ਗੋਬਿੰਦ ਜੋਗੀ, ਤੇਰੇ ਲੋਕੇ ਪਤੇ ਆਪ ਭੋਗੇ ਅਭੋਗੇ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਹੇ ਸਤਿਗੁਰੂ ਜੀ ਤੁਹਾਨੂੰ ਨਮਸਕਾਰ ਹੈ, ਤੁਹਾਨੂੰ ਨਮਸਕਾਰ ਹੈ, ਕਿਉਂਕਿ ਤੁਸੀਂ ਸੱਚ ਦਾ ਆਨੰਦ ਹੋ, ਸੱਚ ਆਨੰਦ ਚਿੱਤ ਹੋ। ਭਾਵ ਕਿ ਤੁਸੀਂ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ ਆਪ ਹੀ ਪਰਮੇਸ਼ਰ ਹੋ। ਗੋਬਿੰਦ ਆਪ ਤੁਸੀਂ ਰੱਬ ਹੋ, ਪਰਮੇਸ਼ਰ ਹੋ, ਆਪ ਹੀ ਤੁਸੀਂ ਜੋਗੀ ਹੋ। ਨਮੋ ਸੱਚ ਦਾ ਆਨੰਦ ਗੋਬਿੰਦ ਜੋਗੀ, ਤ੍ਰਿਲੋਕੀ ਪਤੇ, ਤੁਸੀਂ ਤਿੰਨਾਂ ਲੋਕਾਂ ਦੇ ਮਾਲਕ ਹੋ। ਆਪ ਭੋਗੀ ਅਭੋਗੀ। ਹੁਣ ਭੋਗੀ ਤੇ ਅਭੋਗੀ ਦੋਵੇਂ ਸ਼ਬਦ ਵਰਤੇ ਨੇ, ਕਿਉਂਕਿ ਦੁਨੀਆ ਦੇ ਵਿੱਚ ਬੰਦਾ ਜਾਂ ਤੇ ਭੋਗੀ ਹੁੰਦਾ ਤੇ ਜਾਂ ਤਿਆਗੀ ਹੁੰਦਾ ਹੈ, ਅਭੋਗੀ। ਪਰ ਇੱਥੇ ਗੁਰਮਤਿ ਦੇ ਵਿੱਚ ਗੁਰੂ ਸਾਹਿਬ ਜੀ ਨੇ ਆਪਣੇ ਸਿੱਖ ਨੂੰ ਜਿਹੜਾ ਇਕੱਲਾ ਭੋਗੀ ਹੋ ਗਿਆ ਉਹਨੂੰ ਵੀ ਮਾਨਤਾ ਨਹੀਂ ਦਿੱਤੀ, ਜਿਹੜਾ ਸਭ ਕੁਝ ਛੱਡ ਕੇ ਆਪਣੇ ਆਪ ਨੂੰ ਕਹਿੰਦਾ ਮੈਂ ਤਿਆਗੀ ਹੋ ਗਿਆ, ਉਹਨੂੰ ਵੀ ਗੁਰੂ ਸਾਹਿਬ ਜੀ ਚੰਗੀ ਅਕਲ ਦਾ ਮਾਲਕ ਨਹੀਂ ਸਮਝਦੇ। ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਭੋਗ ਦੇ ਵਿੱਚ ਅਭੋਗੀ ਰੱਖਿਆ ਹੈ। ਉਰੇ ਸਤਿਗੁਰੂ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਕਿ ਗੁਰੂ ਸਾਹਿਬ ਜੀ ਨੇ ਨਾ ਤਾਂ ਬਿਲਕੁਲ ਅਭੋਗੀ ਕੇ ਵਰਤ ਰੱਖਣ ਨੂੰ ਕੋਈ ਥਾਂ ਨਹੀਂ ਦਿੱਤੀ, ਵਰਤ ਰੱਖ ਕੇ ਭੁੱਖੇ ਰਹਿਣਾ, ਔਰ ਨਾ ਇਕੱਲਾ ਭੋਗੀ ਹੋਣਾ ਕਿ ਖਾਈ ਜਾਣਾ ਖਾਈ ਜਾਣਾ। ਇਹ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਵਿੱਚ ਕਹੇ ਨੇ, ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਨੇ
ਕਿ ਕਈਆਂ ਨੇ ਜੀਵਨ ਇਸੇ ਕਰਕੇ ਸਾਰਾ ਜੀਵਨ ਕੱਢ ਦਿੱਤਾ, ਬਸ ਖਾਣਾ ਹੈ ਤੇ ਪੀਣਾ ਹੈ, ਜਿਉਂਦੇ ਖਾਣ ਵਾਸਤੇ। ਪਰ ਗੁਰੂ ਕੇ ਸਿੱਖ ਨੇ ਖਾਣਾ ਹੈ ਤੇ ਉਹਨਾਂ ਖਾਣਾ ਜਿਹਦੇ ਨਾਲ ਜੀਵਨ ਸੌਖਾ ਚੱਲੇ, ਤਨ ਨੂੰ ਰੋਗ ਨਾ ਲੱਗੇ। ਉੱਥੇ ਸਤਿਗੁਰੂ ਜੀ ਕਹਿੰਦੇ ਨੇ, ਗਰਦਬ ਧੋਤੇ ਖੋਲ ਵਿਛਾਏ ਹੇਠ, ਗਰਦਬ ਵਾਂਗੂ ਲਾਹੇ ਪੇਟ, ਜਿਹੜੇ ਕੇਵਲ ਭੁੱਗੀ ਹੋ ਗਏ ਕਿ ਗਧੇ ਦੀ ਤਰ੍ਹਾਂ ਕੇਵਲ ਪੇਟ ਭਰੀ ਆਉਣਾ, ਜੋ ਕੁਛ ਆ ਕੇ ਬਸ ਪਾਈ ਜਾਣਾ। ਨਹੀਂ, ਸਤਿਗੁਰੂ ਜੀ ਨੇ ਸਾਨੂੰ ਗ੍ਰਸਤ ਦੇ ਵਿੱਚ ਰਹਿ ਕੇ ਭੋਗੀ ਬਣਾ ਕੇ ਤੇ ਭੋਗੀ ਹੁੰਦਿਆਂ ਹੋਇਆਂ ਅਭੋਗੀ ਬਣਾਇਆ ਹੈ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਸਤਿਗੁਰੂ ਜੀ ਤੁਸੀਂ ਆਪ ਹੀ ਭੋਗੀ ਹੋ, ਇਹ ਸਾਰਿਆਂ ਦੇ ਵਿੱਚ ਰਹਿ ਕੇ ਸਾਰੀਆਂ ਚੀਜ਼ਾਂ ਨੂੰ ਭੋਗਣ ਵਾਲੇ ਹੋ, ਅਭੋਗੀ ਹੋ, ਪਰ ਤੁਸੀਂ ਕਿਸੇ ਵੀ ਚੀਜ਼ ਨੂੰ ਭੋਗਦੇ ਨਹੀਂ, ਭਾਵ ਕਿ ਸਭ ਦੇ ਵਿੱਚ ਰਹਿ ਕੇ ਸਭ ਤੋਂ ਨਿਰਲੇਪ ਹੋ। ਨਿਰਾਕਾਰ ਹੋ ਕੋ ਰੂਪ ਸਕਾਰ ਹੋਇਓ। ਇਹ ਸਤਿਗੁਰੂ ਜੀ ਤੁਹਾਡਾ ਨਿਰਾਕਾਰ ਰੂਪ ਜਿਹੜਾ ਸਕਾਰ ਹੋਇਆ ਹੈ, ਭਾਵ ਕਿ ਜੋ ਕੁਛ ਨਜ਼ਰ ਆ ਰਿਹਾ ਹੈ ਇਹ ਸਾਰਾ ਤੁਹਾਡਾ ਹੀ ਰੂਪ ਹੈ। ਜਪੈ ਸਤਨਾਮ ਸਿੱਖੇ ਬੀਜ ਬੋਇਓ। ਤੁਸੀਂ ਆਪ ਸਤਨਾਮ ਜਪਿਆ ਹੈ ਤੇ ਸਾਰੇ ਸੰਸਾਰ ਨੂੰ ਸਤਨਾਮ ਵਾਹਿਗੁਰੂ ਦ੍ਰਿੜ ਕਰਵਾ ਕੇ ਤੁਸੀਂ ਸਿੱਖੀ ਦਾ ਬੀਜ ਬੋਇਆ ਹੈ, ਸਿੱਖੀ ਦਾ ਬੀਜ ਪਾਇਆ ਹੈ। ਚਹੁ ਚੱਕ ਮੈਂ ਦੇਸ਼ ਦੇਸ਼ੰ ਬਿਥਾਰੀ। ਤੇ ਇਹ ਜਿਹੜਾ ਬੀਜ ਹੈ ਕਿਤੇ ਇੱਕ ਦੋ ਕਿੱਲਿਆਂ ਵਿੱਚ ਨਹੀਂ ਪਾਇਆ, ਇਹ ਇੱਕ ਦੋ ਕੋਹ ਤੱਕ ਨਹੀਂ ਪਾਇਆ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਸਤਿਗੁਰੂ ਜੀ ਚਾਰ ਚੱਕ ਜਿੰਨੀ ਧਰਤੀ ਹੈ। ਔਰ ਆਪਾਂ ਸਤਿਗੁਰੂ ਜੀ ਦਾ ਸਾਰਾ ਇਤਿਹਾਸ ਪਿੱਛੇ ਸੁਣ ਕੇ ਆਏ ਹਾਂ, ਕਿੱਥੇ ਸਮੁੰਦਰਾਂ ਦੇ ਵਿੱਚ ਜਿਹੜੇ 17 ਟਾਪੂ ਨੇ, ਗੁਰੂ ਸਾਹਿਬ ਜੀ ਉੱਥੋਂ ਤੱਕ ਵੀ ਗਏ ਕਿ ਚਹੁੰ ਕੁੰਟ ਸਾਰੀ ਧਰਤੀ ਦੇ ਉੱਤੇ ਹੀ ਤੁਸੀਂ ਸਿੱਖੀ ਦਾ ਬੀਜ ਬੀਜ ਕੇ ਆਏ ਹੋ। ਚਹੁੰ ਜੁਕ ਮੈਂ ਦੇਸ਼ ਦੇਸ਼ੰ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਧਰਤੀ ਦੇ ਉੱਤੇ ਸਿੱਖੀ ਦਾ ਬੀਜ ਤੁਸੀਂ ਬੀਜਿਆ ਹੈ। ਗੁਰੂ ਆਪ ਹੈ ਵੋ ਸਿੱਖ ਕੀਨੰ ਅਪਾਰੇ। ਸਤਿਗੁਰੂ ਜੀ ਤੁਸੀਂ ਆਪ ਗੁਰੂ ਆਪਣੇ ਆਪ ਨੂੰ ਕਹਾਇਆ ਹੈ, ਤੁਹਾਨੂੰ ਦੁਨੀਆ ਦੇ ਲੋਕਾਂ ਨੇ ਗੁਰੂ ਕਿਹਾ ਹੈ। ਸਿੱਖ ਕੀਨੰ ਅਪਾਰੇ, ਕਿਉਂਕਿ ਤੁਸੀਂ ਇੰਨੇ ਕੁ ਸਿੱਖ ਪੈਦਾ ਕੀਤੇ ਨੇ ਜਿਨ੍ਹਾਂ ਦਾ ਪਾਰਾਵਾਰੀ ਕੋਈ ਨਹੀਂ। ਅਪਾਰ ਦਾ ਅਰਥ ਕਿ ਜਿਨ੍ਹਾਂ ਦੀ ਗਿਣਤੀ ਮਿਣਤੀ ਕੋਈ ਨਹੀਂ। ਭਾਵੇਂ ਅੱਜ ਕਿਹਾ ਜਾਂਦਾ ਕਿ 2 ਕਰੋੜ ਕੇ ਪੌਣੇ 3 ਕਰੋੜ ਇੰਨੇ ਕੁ ਸਿੱਖ ਨੇ, ਪਰ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ ਤੁਸੀਂ ਇੰਨੇ ਸਿੱਖ ਪੈਦਾ ਕੀਤੇ ਜਿਨ੍ਹਾਂ ਦਾ ਅੰਤ ਹੀ ਕੋਈ ਨਹੀਂ। ਕਿਉਂਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸਿੱਖੀ ਨੂੰ ਕੇਵਲ ਸਿੱਖਾਂ ਨਹੀਂ ਕਮਾਇਆ, ਬਹੁਤ ਸਾਰੇ ਹਿੰਦੂ ਵੀਰਾਂ ਨੇ ਗੁਰੂ ਸਾਹਿਬ ਦੀ ਸਿੱਖੀ ਨੂੰ ਧਾਰਨ ਕੀਤਾ, ਬਹੁਤ ਸਾਰੇ ਮੁਸਲਮਾਨ ਨੇ ਜਿਹੜੇ 5 ਵਕਤ ਨਮਾਜ਼ ਵੀ ਪੜ੍ਹਦੇ ਨੇ ਔਰ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਪੀਰ ਵੀ ਮੰਨਦੇ ਨੇ। ਦਇਓ ਗਿਆਨ ਕੋ ਦਾਨ ਦਾਸੰ ਬੇਸਾਲਾ। ਹੇ ਸਤਿਗੁਰੂ ਜੀ, ਤੇ ਤੁਹਾਡੀ ਸ਼ਰਨ ਵਿੱਚ ਜਿਹੜਾ ਵੀ ਆਇਆ ਔਰ ਕੇਵਲ ਸ਼ਰਨ ਵਿੱਚ ਹੀ ਨਹੀਂ ਆਇਆ, ਤੁਸੀਂ ਤੇ ਆਪ ਵੀ ਚੱਲ ਕੇ ਗਏ। ਤੁਸੀਂ ਹਰ ਇੱਕ ਨੂੰ ਗਿਆਨ ਦਾ ਦਾਨ ਦਿੱਤਾ ਔਰ ਬੜਾ ਵੱਡਾ ਦਾਨ ਦਿੱਤਾ ਹੈ। ਕਦੇ ਮੈਂ ਦੁਖੀ ਦੇਖ ਜੀਵਨ ਕਿਰਪਾਲਾ। ਇਸ ਕਲਯੁਗ ਦੇ ਵਿੱਚ ਦੁਖੀ ਜੀਵ ਨੂੰ ਵੇਖ ਕੇ ਤੁਸੀਂ ਉਹਨਾਂ 'ਤੇ ਇੰਨੀ ਕਿਰਪਾ ਕੀਤੀ, ਕਿਉਂਕਿ ਤੁਹਾਨੂੰ ਕਿਰਪਾਲੂ ਕਿਹਾ ਜਾਂਦਾ ਹੈ। ਔਰ ਕਿੰਨਾ ਦੀ ਕਿਰਪਾ ਕੀਤੀ, ਇਤਿਹਾਸ ਵਿੱਚ ਤੇ ਕਿਤੇ ਉਦਾਹਰਨਾਂ 2 4 10 ਵੀ ਮਿਲਦੀਆਂ ਹੋਣਗੀਆਂ, ਪਰ ਜਿਹੜੀਆਂ ਇਤਿਹਾਸ ਵਿੱਚ ਸਾਹਮਣੇ ਆਈਆਂ ਹੀ ਨਹੀਂ, ਗੁਰੂ ਸਾਹਿਬ ਨੇ ਤੇ ਅਣਗਿਣਤ ਦਾ ਭਲਾ ਕੀਤਾ। ਦੇਖੋ, ਇਹ ਨੇਪਾਲ ਪਿੰਡ ਪਾਕਿਸਤਾਨ ਦੇ ਵਿੱਚ ਪੈਂਦਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਉਸ ਕੋਹੜੀ ਦੇ ਕੋਲ ਗਏ ਨੇ, ਇਸ ਸਾਖੀ ਆਪ ਜੀ ਨੇ ਸੁਣੀ ਕਿ ਪਿੰਡ ਵਾਲਿਆਂ ਨੇ ਰਾਤ ਰਹਿਣ ਦੀ ਥਾਂ ਨਹੀਂ ਦਿੱਤੀ, ਸਗੋਂ ਮਜ਼ਾਕ ਦੇ ਨਾਲ ਕਿਹਾ ਕਿ ਬਾਹਰ ਇੱਕ ਝੌਂਪੜੀ ਹੈ, ਪਤਾ ਸੀ ਉੱਥੇ ਕੋਹੜੀ ਰਹਿੰਦਾ ਹੈ, ਉੱਥੇ ਵੇਖ ਲਓ ਥਾਂ ਮਿਲਦੀ ਤਾਂ ਉੱਥੇ ਰਹਿ ਜਾਓ। ਔਰ ਉਸ ਦੁਖੀ ਨੂੰ ਵੇਖ ਕੇ ਸਤਿਗੁਰੂ ਜੀ ਆਵਾਜ਼ ਮਾਰਦੇ ਨੇ, ਭਾਈ ਅੰਦਰ ਆ ਜਾਈਏ। ਅੰਦਰੋਂ ਆਵਾਜ਼ ਆਈ ਕਿ ਚਲੇ ਜਾਓ, ਉੱਥੇ ਤੋਂ ਕੋਈ ਨੇੜੇ ਨਹੀਂ ਲੱਗਦਾ। ਅੰਦਰ ਕੋਹੜੀ ਕਹਿੰਦਾ ਕਿ ਚਲੇ ਜਾਓ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਅਸੀਂ ਜਾਣ ਵਾਸਤੇ ਨਹੀਂ ਆਏ, ਅੰਦਰ ਵੀ ਆਵਾਂਗੇ, ਰਾਤ ਵੀ ਰਵਾਂਗੇ। ਉਹਨਾਂ ਦੁਖੀਆਂ ਦੇ ਛਾਤੀ ਨਾਲ ਲਾਇਆ, ਉਹਦਾ ਕੋੜ ਦੂਰ ਕੀਤਾ।
ਇਹ ਤੇ ਇੱਕ ਅੱਧੀ ਸਾਖੀ ਹੈ, ਪਰ ਸਤਿਗੁਰੂ ਜੀ ਤੁਸੀਂ ਅਣਗਿਣਤ ਹੀ ਦੁਖੀਆਂ ਦੇ ਦੁੱਖ ਨੂੰ ਮਿਟਾਇਆ ਹੈ ਔਰ ਅੱਜ ਵੀ ਮਿਟਾਉਂਦੇ ਹੋ। ਦਇਓ ਗਿਆਨ ਕੋ ਦਾਨ ਦਾਸੰ ਬਿਸਾਲਾ, ਕਲੇ ਮੈਂ ਦੁਖੀ ਦੇਖ ਜੀਵਨ ਕਿਰਪਾਲਾ। ਮਹਾਮੰਦ ਕੋ ਬ੍ਰਿੰਦ ਕੀਨੰ ਉਧਾਰੀ, ਮਹਾਮੰਦ ਜਿਹੜੀ ਮਹਾਮਤੀ ਨੇ, ਭੈੜੀ ਮੱਤ ਵਾਲੇ ਨੇ, ਤੁਸੀਂ ਉਹਨਾਂ ਦਾ ਉਧਾਰ ਕੀਤਾ। ਮਹਾਮੰਦ ਕੋ ਬ੍ਰਿੰਦ ਕੀਨੰ ਉਧਾਰੰ, ਔਰ ਜਿਹੜੇ ਭੈੜੀ ਮੱਤ ਵਾਲੇ ਨੇ, ਕੌਡੇ ਨੂੰ ਜਿਹਨੂੰ ਲੋਕ ਰਾਖਸ਼ ਕਹਿੰਦੇ ਸਨ, ਅਕਸਰ ਉਹ 'ਚ ਹੈ ਤਾਂ ਮਨੁੱਖੀ ਸੀ, ਬਿਰਤੀ ਉਵੇਂ ਦੇ ਹੈ ਕਿ ਜਿਹਨੂੰ ਲੋਕ ਰਾਖਸ਼ ਕਹਿੰਦੇ ਨੇ। ਸਤਿਗੁਰੂ ਜੀ ਇਵੇਂ ਦੇ ਮੰਦ ਮਤੀਆਂ ਨੂੰ, ਕੌਡੇ ਰਾਖਸ਼ ਵਰਗੇ ਨੂੰ ਤੁਸੀਂ ਭਾਈ ਕੌਡਾ ਬਣਾ ਦਿੱਤਾ। ਔਰ ਕੇਵਲ ਉਦੋਂ ਹੀ ਨਹੀਂ ਬਣਾਇਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਅੱਜ ਵੀ ਬਣਾਉਂਦੇ ਨੇ। ਔਰ ਸਤਿਗੁਰੂ ਜੀ ਦਾ ਪਾਵਨ ਬਚਨ ਐਸਾ ਕਿ ਵਾਰ ਦੇ ਵਿੱਚ ਪਹਿਲੇ ਬਚਨ ਆਪਾਂ ਰੋਜ਼ ਪੜ੍ਹਦੇ ਹਾਂ, ਕਿਉਂ ਉਹ ਤੇ ਆਮ ਮਨੁੱਖਾਂ ਨੂੰ ਦੈਵੀ ਗੁਣਾਂ ਵਾਲਾ ਬਣਾ ਦਿੰਦਾ ਹੈ। ਸਤਿਗੁਰੂ ਜੀ ਇਵੇਂ ਗੁਣ ਦੇਵਤੇ ਬਣਾਉਂਦਿਆਂ ਹੋਇਆ ਤੁਹਾਨੂੰ ਸਮਾਂ ਵੀ ਨਹੀਂ ਲੱਗਦਾ। ਜਿਹੜਾ ਪਾਵਨ ਬਚਨ ਹੈ, ਬਲਿਹਾਰੇ ਗੁਰੇ ਆਪਣੇ ਦਿਹਾੜੇ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ। ਤੇ ਦੇਵਤੇ ਬਣਾਉਣ ਲੱਗਿਆ ਕੋਈ 100 ਸਾਲ ਥੋੜ੍ਹੀ ਲੱਗਿਆ। ਕਹਿੰਦੇ ਕਰਤ ਨਾ ਲਾਗੇ ਵਾਰ, ਬਸ ਤੁਹਾਡੀ ਕਿਰਪਾ ਦੀ ਦ੍ਰਿਸ਼ਟੀ ਹੋਈ ਤੇ ਉਹ ਦੈਵੀ ਗੁਣਾਂ ਵਾਲੇ ਬਣ ਗਏ। ਮਹਾਮੰਦੀਆਂ ਦਾ ਤੁਸੀਂ ਉਧਾਰ ਕੀਤਾ ਹੈ। ਸਮਾਨੰ ਨਾ ਆਨੰ ਮਹਾਨੋ ਪਕਾਰੰ, ਕਹਿੰਦੇ ਸਤਿਗੁਰੂ ਜੀ ਤੁਹਾਡੇ ਸਮਾਨ, ਤੁਹਾਡੇ ਵਰਗਾ, ਤੁਹਾਡੇ ਬਰਾਬਰ ਦੁਨੀਆ ਦੇ ਵਿੱਚ ਅੱਜ ਤੱਕ ਕੋਈ ਨਾ ਆਇਆ ਹੈ, ਨਾ ਆਉਣਾ ਹੈ, ਕਿ ਤੁਸੀਂ ਮਹਾਪਰਉਪਕਾਰੀ ਹੋ। ਔਰ ਪਰਉਪਕਾਰੀ ਦਾ ਅਰਥ ਆਪ ਜੀ ਜਾਣਦੇ ਹੋ, ਜਿਹਦੇ ਵਿੱਚ ਕੇਵਲ ਤੇ ਕੇਵਲ ਦੂਜਿਆਂ ਦਾ ਭਲਾ ਹੈ, ਆਪਣਾ ਜਿਹਦੇ ਵਿੱਚ ਕੋਈ ਸਵਾਰਥ ਨਹੀਂ। ਅਹੋ ਰੂਪ ਸਾਖੇ ਬਸੋ ਦੇਹ ਸਾਰੇ, ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ ਅਸਲ ਵਿੱਚ ਸਤਿਗੁਰੂ ਜੀ, ਕਿਉਂਕਿ ਇੰਨਿਆਂ ਦਾ ਭਲਾ ਤੁਸੀਂ ਕੀਤਾ ਹੀ ਤਾਂ ਹੈ, ਪਰਉਪਕਾਰ ਕੀਤਾ ਹੀ ਤਾਂ ਹੈ। ਮੈਂ ਤਾਂ ਵੇਖ ਰਿਹਾ ਤੁਸੀਂ ਸਾਰਿਆਂ ਦੇ ਵਿੱਚ ਆਪ ਹੀ ਵਸਦੇ ਹੋ, ਸਾਰਿਆਂ ਦੇ ਵਿੱਚ ਹੀ ਰਹਿੰਦੇ ਹੋ। ਅਹੋ ਰੂਪ ਸਾਖੇ ਬਸੋ ਦੇਹ ਸਾਰੇ, ਅਕਰਤਾ ਅਭੁਗਤਾ ਸੰਯੁਕਤਾ ਵਿਚਾਰੇ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ ਅਸੀਂ ਵਿਚਾਰ ਕੀਤੇ ਸਤਿਗੁਰੂ ਜੀ, ਤੁਸੀਂ ਆਪ ਅਕਰਤਾ ਹੋ। ਅਕਰਤਾ ਦਾ ਅਰਥ ਸਮਝਦੇ ਹੋ ਕਿ ਜਿੰਦਾ ਕੋਈ ਕਰਨ ਵਾਲਾ ਨਾ ਹੋਵੇ, ਜਿਹਨੂੰ ਕੋਈ ਬਣਾਉਣ ਵਾਲਾ ਨਾ ਹੋਵੇ, ਕਿਉਂਕਿ ਤੁਸੀਂ ਆਪਣੇ ਆਪ ਤੋਂ ਬਣੇ ਹੋ, ਤੁਸੀਂ ਆਪ ਹੀ ਸਹਿ ਭੰਗ ਹੋ, ਤੁਹਾਡਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਤੁਸੀਂ ਅਕਰਤਾ ਹੋ, ਤੁਸੀਂ ਅਭੁਗਤਾ ਹੋ, ਤੁਸੀਂ ਸਾਰੇ ਭੋਗ ਭੋਗ ਕੇ ਵੀ ਭੋਗਾਂ ਤੋਂ ਰਹਿਤ ਹੋ, ਕਿਉਂਕਿ ਤੁਸੀਂ ਸੰਯੁਕਤ ਹੋ, ਸਾਰਿਆਂ ਦੇ ਵਿੱਚ ਸਮਾਏ ਹੋਏ ਹੋ। ਸਦਾ ਦੇਨ ਬੰਧੂ ਸਰੰਗਨ ਦਿਆਨਿਆ ਮਹਾਨੇ, ਤੁਸੀਂ ਸਦਾ ਹੀ ਜਿਹੜੇ ਦੀਨ ਬਣ ਕੇ ਸ਼ਰਨ ਵਿੱਚ ਆਉਂਦੇ ਨੇ, ਦੀਨਾਂ ਦੇ ਬੰਧੂ ਹੋ, ਤੁਸੀਂ ਦੀਨਾਂ ਦੇ ਰੱਖਿਅਕ ਹੋ। ਤਿਸੇ ਹਾਥ ਦੇ ਅੰਤ ਲੇਵੋ ਬਚਾਏ, ਨਿਜ ਗੰਦਾਸ ਕੇ ਆਪ ਹੋਵੋ ਸਹਾਈ। ਕਿਉਂਕਿ ਜਿਹੜੇ ਦੀਨ ਬਣ ਕੇ ਤੁਹਾਡੀ ਸ਼ਰਨ ਵਿੱਚ ਆਉਂਦੇ ਨੇ, ਜਿਹੜੇ ਸਤਿਨਾਮ ਵਾਹਿਗੁਰੂ ਦਾ ਜਾਪ ਜਪਣਗੇ, ਜਿਹੜੇ ਜਪਦੇ ਨੇ, ਤੁਸੀਂ ਅੰਤ ਵੇਲੇ ਵੀ ਹੱਥ ਦੇ ਕੇ ਉਹਨੂੰ ਬਚਾ ਲੈਂਦੇ ਹੋ ਔਰ ਬਚਾਉਂਦੇ ਰਹੋਗੇ। ਧਰਿਓ ਬੰਸ ਬੇਦਿਨ ਮੈਂ ਰੂਪ ਜੋਈ, ਭਜੇ ਧਿਆਨ ਠਾਨੇ ਪਰੇ ਸ਼ਰਨ ਕੋਈ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਹੇ ਪਰਮੇਸ਼ਰ ਜੀ, ਤੁਸੀਂ ਆਪ ਬੇਦੀਆਂ ਦੇ ਕੁਲ ਵਿੱਚ ਜਿਹੜਾ ਜਨਮ ਲਿਆ ਹੈ, ਜਨਮ ਧਾਰਨ ਕੀਤਾ ਹੈ। ਸਤਿਗੁਰੂ ਜੀ ਤੁਹਾਡੇ ਸਰੂਪ ਨੂੰ ਵੀ ਸਾਹਮਣੇ ਰੱਖ ਕੇ, ਤੁਹਾਡਾ ਧਿਆਨ ਧਰ ਕੇ ਜਿਹੜਾ ਕੋਈ ਜਪਦਾ ਹੈ, ਤੁਹਾਡੇ ਨਾਮ ਨੂੰ ਜਪੇਗਾ। ਨਿਸੰਸੈ ਗਤੇ ਪਰਮ ਪਾਵੈ ਆਨੰਦੰ, ਨਿਸੰਸੈ ਬਿਨਾਂ ਸ਼ੱਕ ਤੋਂ ਉਹ ਪਰਮ ਗਤੀ ਪਾਏਗਾ। ਉਹ ਪਰਮ ਗਤੀ ਪਾਉਂਦੇ ਨੇ ਔਰ ਪਾਉਂਦੇ ਰਹਿਣਗੇ। ਨਮੋ ਪਾਦ ਕੰਜੰ ਬਿਲੰਦੇ ਮੁਕੰਦੰ,
ਇਸ ਕਰਕੇ हे ਮੁਕਤੀ ਦੇ ਦਾਤੇ ਸਤਿਗੁਰੂ ਜੀ, ਤੁਹਾਡੇ ਚਰਨਾਂ 'ਚ ਮੈਂ ਨਮਸਕਾਰ ਕਰਦਾ ਹਾਂ। ਨਮੋ ਪਾਦ ਕੰਜੰ ਬਲੰਦੇ ਮੁਕੰਦ, ਤੁਹਾਡੇ ਚਰਨਾਂ 'ਚ ਮੇਰੀ ਨਮਸਕਾਰ ਹੈ। ਮਹਾਮਾਨ ਮੋਹਾਦ ਮਾਤੇ ਮਤੰਗੰ, ਹਿਰਦੇ ਕਾਨਨ ਦਾਸ ਕੇ ਸਿੰਘ ਅੰਗੰ। ਹੁਣ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, हे ਸਤਿਗੁਰੂ ਜੀ, ਇਹ ਜਿਹੜਾ ਮੋਹ, ਜਿਹੜਾ ਹੰਕਾਰ ਹੈ, ਇਹ ਹਾਥੀ ਦੇ ਸਮਾਨ ਹੈ। ਉਰੇ ਹਰ ਇੱਕ ਦੇ ਅੰਦਰ ਹੈ। ਇਹ ਹਾਥੀ ਦੇ ਸਾਰੇ ਵਿੱਚ ਹੈ ਨਾ, ਜੇ ਮੋਹ ਤੇ ਹੰਕਾਰ ਤੋਂ ਕੋਈ ਬਚਿਆ ਹੈ। ਪਰ ਨਾਲ ਅੱਗੇ ਕਿਰਪਾ ਕਰਦੇ ਨੇ, ਹਿਰਦੇ ਕਾਨਨ ਦਾਸ ਕੇ ਸਿੰਘ ਅੰਗੰ। ਪਰ ਇਹ ਸਤਿਗੁਰੂ ਜੀ, ਤੁਸੀਂ ਆਪਣੇ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਸ਼ੇਰ ਦੀ ਤਰ੍ਹਾਂ ਹਲਵੇਰੇ ਨਾਲ ਰਹਿੰਦੇ ਹੋ। ਹੁਣ ਸ਼ੇਰ ਹੋਵੇ ਤੇ ਹਾਥੀ ਇੱਕ ਕੀ 50-10 ਜਿੰਨੇ ਮਰਜ਼ੀ ਆ ਜਾਣ, ਸ਼ੇਰ ਨੇ ਆਪਣੀ ਚਾਲ ਚੱਲਦੇ ਰਹਿਣਾ ਹੈ। ਉਹਨੇ ਨਾ ਹਾਥੀ ਤੋਂ ਡਰਨਾ, ਨਾ ਗਿੱਦੜਾ ਤੋਂ, ਤੇ ਡਰਨਾ ਕੀ ਹੈ। ਇਹ ਜੇ ਕਾਮ ਕ੍ਰੋਧ ਲੋਭ ਮੋਹ ਆਦਿਕ ਹੰਕਾਰ ਸ਼ੇਰ ਦੀ ਤਰ੍ਹਾਂ ਨੇ, ਤੇ ਸਤਿਗੁਰੂ ਜੀ ਤੁਹਾਡਾ ਇਹ ਹਾਥੀ ਦੀ ਤਰ੍ਹਾਂ ਨੇ, ਤੁਹਾਡਾ ਨਾਮ ਸ਼ੇਰ ਦੀ ਤਰ੍ਹਾਂ ਹੈ। ਆਪਣੇ ਸਿੱਖਾਂ ਦੇ ਹਿਰਦਿਆਂ ਵਿੱਚ ਤੁਸੀਂ ਹਰ ਵੇਲੇ ਰਹਿੰਦੇ ਹੋ। ਰਹੋ ਸਿੱਖ ਕੇ ਅੰਗ ਸੰਗੰ ਸਦਾਈ, ਤੇ ਆਪਣੇ ਸਿੱਖਾਂ ਦੇ ਤੁਸੀਂ ਹਰ ਵੇਲੇ ਅੰਗ ਸੰਗ ਰਹਿੰਦੇ ਹੋ। ਔਰ ਇਸ ਨੂੰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਨੇ ਪਾਵਨ ਬਚਨ ਵੀ ਕਹੇ ਨੇ ਕਿ ਇਹ ਜਿਹੜੇ ਹਾਥੀ ਦੀ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ ਨੇ, ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹੈ ਬੜੇ ਬਲੀ। ਇਹਨਾਂ ਨੂੰ ਮਹਾਬਲੀ ਕਿਹਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਤਾਕਤ ਬੜੀ ਹੈ। ਪਰ ਜਿਹੜੇ ਸਿੱਖ ਤੇਰੇ ਨਾਮ ਦਾ ਓਟ ਆਸਰਾ ਲੈ ਕੇ ਤੇਰੇ ਨਾਮ ਨੂੰ ਆਪਣੇ ਅੰਦਰ ਧਾਰਨ ਕਰ ਲੈਂਦੇ ਨੇ, ਇਹ ਪੰਜੇ ਮਹਾਬਲੀ ਜਿਹੜੇ ਨੇ ਉਹਨੂੰ ਵੀ ਬੰਨ੍ਹ ਲੈਂਦੇ ਨੇ। ਗੁਰੂ ਸਾਹਿਬ ਦਾ ਪਾਵਨ ਬਚਨ ਹੈ, ਪੰਜੇ ਬੱਧੇ ਮਹਾਬਲੀ। ਪਰ ਉਦੋਂ ਜਦੋਂ ਕਰ ਸੱਚਾ ਢੂਆ, ਟੇਕ ਜਦੋਂ ਸੱਚੇ ਦੀ ਲਈ। ਇਸੇ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ, ਜਦੋਂ ਗੁਰੂ ਕਿਰਪਾ ਕਰੇ, ਨਿਹੱਥੇ ਪੰਜ ਜਵਾਨ ਮੈਂ ਗੁਰ ਥਾਪੇ ਦਿੱਤੇ ਕੰਡ ਜੀਓ। ਇਹ ਪੰਜਾਂ ਜਵਾਨਾਂ ਨੂੰ ਉਦੋਂ ਬੰਨ੍ਹ ਲਿਆ। ਰਹੋ ਸਿੱਖ ਕੇ ਅੰਗ ਸੰਗੰਗ ਸਦਾਈ, ਤੁਸੀਂ ਸਦਾ ਹੀ ਆਪਣੇ ਸਿੱਖਾਂ ਦੇ ਹਰ ਵੇਲੇ ਅੰਗ ਸੰਗ ਰਹਿੰਦੇ ਹੋ, ਅੱਜ ਵੀ ਰਹਿੰਦੇ ਨੇ। ਸ਼ਬਦ ਰੂਪ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਅੱਜ ਵੀ ਸਾਡੇ ਅੰਦਰ ਨੇ, ਸਾਡੇ ਨਾਲ ਨੇ। ਪਰ ਇਹ ਸਾਨੂੰ ਯਕੀਨ ਕਿਤੇ ਹੋ ਜੇ, ਪ੍ਰਤੀਤ ਆ ਜੇ। ਨਹੀਂ ਰੋਮ ਬਾਂਕੋ ਕਰੇ ਕੋਏ ਜਾਈ, ਤੇ ਇਹ ਸਤਿਗੁਰੂ ਜੀ ਜਿੰਦੇ ਅੰਗ ਸੰਗ ਤੁਸੀਂ ਰਹਿੰਦੇ ਹੋ। ਫਿਰ ਕਾਮ ਕ੍ਰੋਧ ਤੇ ਕੀ, ਦੁਨੀਆ ਦਾ ਕੋਈ ਦੁਸ਼ਮਣ ਤੱਕ ਕੀ, ਕੋਈ ਵੀ ਵੱਡੀ ਤੋਂ ਵੱਡੀ ਤਾਕਤ ਹੋਰ ਤੇ ਕੀ ਵਿਗਾੜਨਾ, ਵਾਲ ਵਿੰਗਾ ਨਹੀਂ ਕਰ ਸਕਦਾ। ਗਿਨੈ ਕੋ ਗੁਣੰ ਪਾਰ ਪਾਵੈ ਨਾ ਕੋਈ, ਮਹਾਨੰ ਮਹੀਆਨ ਰੂਪੰਗ ਜੇ ਹੋਈ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਸਤਿਗੁਰੂ ਜੀ ਤੁਹਾਡੇ ਗੁਣਾਂ ਨੂੰ ਕੌਣ ਗਿਣ ਸਕਦਾ ਹੈ। ਤੁਹਾਡੇ ਗੁਣ ਸਮੁੰਦਰ ਦੀ ਤਰ੍ਹਾਂ ਨੇ, ਤੁਹਾਡਾ ਆਰਾ ਪਾਰ ਨਹੀਂ ਪਾਇਆ ਜਾ ਸਕਦਾ। ਮਹਾਨੰ ਮਹੀਆਨ ਰੂਪੰ ਜੇ ਹੋਈ, ਕਿਉਂਕਿ ਤੁਹਾਡਾ ਵੱਡਿਆਂ ਤੋਂ ਵੀ ਵੱਡਾ ਮਹਾਨ ਰੂਪ ਹੈ। ਤੁਸੀਂ ਵੱਡਿਆਂ ਤੋਂ ਵੀ ਵੱਡਾ ਤੁਹਾਡਾ ਗੁਣ ਹੈ, ਔਰ ਤੁਸੀਂ ਸਭ ਤੋਂ ਵੱਡੇ ਹੋ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਤੁਸੀਂ ਵੱਡਿਆਂ ਤੋਂ ਵੱਡੇ ਹੋ। ਨਿਜੰ ਸ਼੍ਰੇ ਹੇਤੰ ਭਜੇ ਜਉਨ ਕਉਨੰ, ਤੇ ਬਾਬਾ ਬੁੱਢਾ ਸਾਹਿਬ ਜੀ ਸਾਡੇ ਤੇ ਕਿਰਪਾ ਕਰ ਰਹੇ ਨੇ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਿਫਤ ਵਿੱਚ ਕਹਿ ਰਹੇ ਨੇ ਕਿ ਇਹ ਮੁਕਤੀ ਦੇ ਦਾਤੇ, ਜਿਹੜਾ ਵੀ ਤੁਹਾਡੇ ਨਾਮ ਨੂੰ ਭਜੇਗਾ ਸਿਮਰੇਗਾ, ਨਿਜੰਗ ਸ਼੍ਰੇ ਹੇਤੰ, ਆਪਣੇ ਭਲੇ ਦੇ ਵਾਸਤੇ ਜਿਹੜਾ ਵੀ ਭਜੇ ਜਉਨ ਕਉਨ, ਇੱਕ ਦੀ ਗੱਲ ਨਹੀਂ ਕੀਤੀ, ਜਿਹੜਾ ਕਿਹੜਾ ਵੀ ਭਜੇਗਾ ਸਿਮਰੇਗਾ। ਦਇਆ ਤਾਰ ਦੇਵੋ ਮਹਾਮੋਦ ਤਉਨੰ, ਤੁਸੀਂ ਦਇਆ ਦੇ ਘਰ ਵਿੱਚ ਆ ਕੇ ਉਹਨੂੰ ਮਹਾ ਆਨੰਦ ਦਿੰਦੇ ਹੋ। ਜਿਹੜਾ ਵੀ ਕੋਈ ਭਜਦਾ ਉਹਨੂੰ ਆਨੰਦ ਤੁਸੀਂ ਦਿੰਦੇ ਹੋ, ਬਖਸ਼ਦੇ ਹੋ। ਮਹਾ ਦੁੱਖ ਸਿੰਦੰ ਪ੍ਰਭੂ ਹੋ ਅਗਸਤੰ,
ਅਖੀਰਲੇ ਪਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਹੇ ਸਤਿਗੁਰੂ ਜੀ, ਹੇ ਪ੍ਰਭੂ ਜੀ, ਤੁਸੀਂ ਦੁੱਖਾਂ ਦੇ ਉਸ ਸਮੁੰਦਰ ਰੂਪ ਨੂੰ ਪੀਣ ਵਾਲੇ ਅਗਸਤ ਮੁਨੀ ਹੋ। ਇਹ ਕਿਹਾ ਜਾਂਦਾ ਕਿ ਕੋਈ ਅਗਸਤ ਮੁਨੀ ਸੀ, ਸਾਰੇ ਸਮੁੰਦਰ ਨੂੰ ਪੀ ਗਿਆ ਸੀ। ਤੇ ਜੇ ਦੁੱਖ ਸਮੁੰਦਰ ਰੂਪ ਨੇ, ਅਵਗੁਣ ਸਮੁੰਦਰ ਰੂਪ ਨੇ, ਇਵੇਂ ਦੇ ਅਵਗੁਣਾਂ ਨੂੰ, ਦੁੱਖਾਂ ਨੂੰ ਤੁਸੀਂ ਪੀਣ ਵਾਲੇ ਹੋ, ਦੂਰ ਕਰਨ ਵਾਲੇ ਹੋ। ਅਮਸਤੰ ਨਿਵਾਸੋ ਬਿਲਾਸੋ ਸਮਸਤੰ, ਹੇ ਸਤਿਗੁਰੂ ਜੀ, ਤੁਸੀਂ ਸਾਰੇ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਹੋ। ਸਮਸਤੰ ਨਿਵਾਸੋ, ਔਰ ਇੱਥੋਂ ਤੱਕ ਤੁਸੀਂ ਸਾਰਿਆਂ ਦੇ ਹਿਰਦੇ ਵਿੱਚ ਹੀ ਵਸਦੇ ਹੋ, ਸਾਰਿਆਂ ਦੇ ਵਿੱਚ ਹੀ ਵਸਦੇ ਹੋ। ਬਿਲਾਸੋ ਸਮਸਤੰ, ਔਰ ਸਾਰਿਆਂ ਦੇ ਵਿੱਚ ਰਹਿ ਕੇ ਆਪ ਹੀ ਖੇਡਾਂ ਖੇਡ ਰਹੇ ਹੋ। ਦਈ ਮੋਖ ਕੁਟਾਨ ਜੇ ਮੋਹ ਗ੍ਰਸਤੰ, ਮੋਹ ਗ੍ਰਸਤੰ, ਜਿਹੜੇ ਮੋਹ ਦੇ ਵਿੱਚ ਗ੍ਰਸੇ ਹੋਏ ਸਨ, ਤੁਸੀਂ ਉਹਨਾਂ ਨੂੰ, ਉਵੇਂ ਦਿਆਂ ਨੂੰ, ਕਰੋੜਾਂ ਨੂੰ ਜਿਹੜੀ ਮੁਕਤੀ ਦਿੱਤੀ, ਮੋਹ ਤੋਂ ਬਚਾਇਆ। ਦਈ ਮੋਖ, ਔਰ ਇਹ ਮੁਕਤੀ, ਫਿਰ ਕਈ ਵਾਰੀ ਬੇਨਤੀ ਕੀਤੀ, ਮੁਕਤੀ ਕੋਈ ਮਰਨ ਤੋਂ ਬਾਅਦ ਨਹੀਂ। ਗੁਰੂ ਕੇ ਸਿੱਖ ਨੂੰ ਮੁਕਤੀ ਜਿਉਂਦਿਆਂ ਹੀ ਚਾਹੀਦੀ ਹੈ, ਔਰ ਮੁਕਤੀ ਚਾਹੀਦੀ ਇਹਨਾਂ ਤੋਂ ਹੀ ਹੈ। ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਸਤਿਗੁਰੂ ਜੀ ਤੁਸੀਂ ਕਰੋੜਾਂ ਨੂੰ ਮੁਕਤ ਕੀਤਾ ਮੋਹ ਤੋਂ। ਸਦਾ ਜੈ ਸਦਾ ਜੈ ਨਮਸਤੰ ਨਮਸਤੰ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਸਤਿਗੁਰੂ ਜੀ ਤੁਹਾਡੀ ਸਦਾ ਹੀ ਜੈ ਹੈ, ਤੁਹਾਡੀ ਸਦਾ ਹੀ ਜੈ ਹੋਵੇ। ਤੁਹਾਡੇ ਚਰਨਾਂ 'ਚ ਨਮਸਕਾਰ ਹੈ, ਤੁਹਾਡੇ ਚਰਨਾਂ 'ਚ ਨਮਸਕਾਰ ਹੈ, ਬਾਰ ਬਾਰ ਫਿਰ ਨਮਸਕਾਰ ਹੈ। ਦੋਹਰਾ ਸਿਰੇ ਬੁੱਢੇ ਅਸ਼ਟਕ ਕਰਿਓ, ਸੁਣ ਸਤਿਗੁਰੂ ਸੁਖਦਾਏ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਡੰਡੌਤ ਬੰਦਨਾ ਕੀਤੀ। ਅਸ਼ਟਕ ਕਰਿਓ, 8 ਅੰਗ ਲਾ ਕੇ ਧਰਤੀ 'ਤੇ ਨਮਸਕਾਰ ਕੀਤੀ, ਔਰ 8 ਪਦਿਆਂ ਦੇ ਵਿੱਚ ਹੀ ਗੁਰੂ ਸਾਹਿਬ ਦੀ ਇਹ ਜਿਹੜੀ ਸਿਫਤ ਕੀਤੀ ਹੈ ਕਿ ਸੁੱਖਾਂ ਦੇ ਦਾਤੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਜਦੋਂ ਬਾਬਾ ਬੁੱਢਾ ਸਾਹਿਬ ਦੇ ਇਹ ਸਿਫਤ ਵਾਲੇ ਬੋਲ ਸੁਣੇ, ਭਏ ਪਦ ਬਖਸ਼ਣ, ਭਾਈ ਪਦ ਬਖਸ਼ਣ ਕਰਿਓ, ਸੁਣਤ ਸਿੱਖ ਸਮੁਦਾਏ। ਉਸ ਵੇਲੇ ਬਾਬਾ ਬੁੱਢਾ ਸਾਹਿਬ ਨੂੰ ਸਤਿਗੁਰੂ ਜੀ ਨੇ ਇੱਕ ਪਦਵੀ ਬਖਸ਼ੀ। ਇਹ ਬਾਬਾ ਸ਼ਬਦ ਤੇ ਅਸੀਂ ਵਰਤਨੇ ਨਾ ਸਤਿਕਾਰ ਵਜੋਂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ, ਕਿਉਂਕਿ ਉਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਕਰੀਬ 70 ਸਾਲ ਦੇ ਸਰੀਰਕ ਆਰਬਲਾ ਸੀ, ਔਰ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਹਜੇ ਪਰ ਜਵਾਨੀ ਦੇ ਵਿੱਚ ਨੇ। ਗੁਰੂ ਸਾਹਿਬ ਨੇ ਪਦਵੀ ਕਿਹੜੀ ਦਿੱਤੀ? ਭਾਈ ਦੀ। ਭਾਈ ਬੁੱਢਾ ਕਹਿ ਕੇ ਸੰਬੋਧਨ ਕੀਤਾ, ਔਰ ਇਹ ਸਾਰਿਆਂ ਦੇ ਸੁਣਦਿਆਂ ਹੋਇਆਂ ਸਾਰੀ ਸੰਗਤ ਨੂੰ ਸੁਣਾਇਆ ਕਿ ਇਹ ਭਾਈ ਬੁੱਢਾ ਜੀ ਇਹ ਸਿੱਖੀ ਦੇ ਅਵਧ ਨੇ, ਇਹ ਸਿੱਖੀ ਦਾ ਸਿਰਾ ਹੋਣਗੇ। ਭਾਈ ਬੁੱਢੇ ਜੀ ਨੂੰ ਭਾਈ ਦੀ ਪਦਵੀ ਦਿੱਤੀ। ਪੜੇ ਸੁਣੇ ਅਸ਼ਟਕ ਮਨ ਲਾਵੈ, ਸੋ ਜਨ ਸਗਲ ਪਦਾਰਥ ਪਾਵੈ। ਇੱਥੇ ਸਤਿਗੁਰੂ ਜੀ ਫਿਰ ਕਹਿੰਦੇ ਨੇ, ਭਾਈ ਇਹ 8 ਅੱਖਰਾਂ ਵਾਲਾ ਸਤਨਾਮ ਵਾਹਿਗੁਰੂ ਜਿਹੜੇ ਪੜ੍ਹਨਗੇ, ਸਤਨਾਮ ਵਾਹਿਗੁਰੂ ਜਿਹੜੇ ਸੁਣਨਗੇ, ਸੋ ਜਨ ਸਗਲ ਪਦਾਰਥ ਪਾਵੈ, ਉਹਨਾਂ ਨੂੰ ਸਾਰੇ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ, ਉਹ ਪਾਉਂਦੇ ਰਹਿਣਗੇ। ਤਿੰਨ ਕੇ ਨਾਨਾ ਰੋਗ ਨਿਵਾਰੈ, ਮਨ ਤੇ ਕਾਮ ਰੋਗ ਕ੍ਰੋਧ ਬਿਦਾਰੈ। ਜਿਹੜੇ ਸਤਨਾਮ ਵਾਹਿਗੁਰੂ ਪੜ੍ਹਨਗੇ, ਜਿਹੜੇ ਸਤਨਾਮ ਵਾਹਿਗੁਰੂ ਸੁਣਨਗੇ, ਅਨੇਕਾਂ ਹੀ ਉਹਨਾਂ ਦੇ ਰੋਗ ਦੂਰ ਹੋਣਗੇ। ਉਹਨਾਂ ਦੇ ਮਨ ਵਿੱਚੋਂ ਇਹ ਸਤਨਾਮ ਵਾਹਿਗੁਰੂ ਕਾਮ ਤੇ ਕ੍ਰੋਧ ਵਰਗੀਆਂ ਭੈੜੀਆਂ ਬਿਰਤੀਆਂ ਨੂੰ ਦੂਰ ਕਰੇਗਾ। ਸਤਿਗੁਰੂ ਜੀ ਕਿਰਪਾ ਕਰਨ। ਇਸੇ ਤਰ੍ਹਾਂ ਕੁਝ ਬਚਨ ਗੁਰੂ ਸਾਹਿਬ ਜੀ ਨੇ ਹੋਰ ਕਰਨੇ ਨੇ, ਸੋ ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀ ਹੈ। ਰਹਿੰਦਾ ਪ੍ਰਸੰਗ ਕੱਲ੍ਹ ਵਿਚਾਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਸਤਿਗੁਰੂ ਦਾ ਸਿਮਰਨ ਦਾ, ਸਤਿਗੁਰੂ ਦਾ ਜਿਹੜਾ ਉਪਦੇਸ਼ ਹੈ ਵਾਹਿਗੁਰੂ ਨਾਮ, ਉਹਨੂੰ ਰਸਨਾ ਦੇ ਨਾਲ ਜਪ ਕੇ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ।